गुड मॉर्निंग स्टूडेंट्स। ਅੱਜ ਆਪਾਂ ਕਰਾਂਗੇ ਤੁਹਾਡਾ ਸਾਹਿਤਿਕ ਕਿਰਨਾਂ ਦਾ ਵਾਰਤਕ ਭਾਗ ਦਾ ਪਹਿਲਾ ਲੈਸਨ ਆਦਤਾਂ। ਠੀਕ ਹੈ ਜੀ। ਤੇ ਇਹ ਲੈਸਨ ਲਿਖਿਆ ਰਜਿੰਦਰ ਸਿੰਘ ਜੀ ਨੇ। ਤੇ ਇਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਸਾਨੂੰ ਕਿਹੜੀਆਂ ਆਦਤਾਂ ਦਾ ਪਾਲਣ ਕਰਨਾ ਚਾਹੀਦਾ ਤੇ ਕਿਹੜੀਆਂ ਦਾ ਨਹੀਂ। ਠੀਕ ਹੈ ਜੀ। ਯਾਨੀ ਕਿ ਕਿਹੜੀਆਂ ਆਦਤਾਂ ਜਿਹੜੀਆਂ ਸਾਡੇ ਵਾਸਤੇ ਲਾਭਦਾਇਕ ਹਨ, ਕਿਹੜੀਆਂ ਹਾਨੀਕਾਰਕ ਹਨ। ਚਲੋ ਆਓ ਆਪਾਂ ਪੜ੍ਹਦੇ ਹਾਂ। ਠੀਕ ਹੈ ਜੀ। ਅਸੀਂ ਆਪਣੀਆਂ ਆਦਤਾਂ ਇੰਨੀਆਂ ਵਿਗਾੜ ਰੱਖੀਆਂ ਹਨ ਕਿ ਉਹਨਾਂ ਆਦਤਾਂ ਕਰਕੇ ਅਸੀਂ ਤੰਦਰੁਸਤ ਅਤੇ ਨਿਰੋਗ ਰਹਿ ਹੀ ਨਹੀਂ ਸਕਦੇ। ਠੀਕ ਹੈ ਜੀ। ਇਸ ਵਿੱਚ ਕੀ ਕਹਿੰਦੇ ਆ ਲੇਖਕ ਕਿ ਜਿਹੜੀ ਸਾਡੀ ਆਦਤਾਂ ਹਨ ਉਹ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਵਿਗੜ ਚੁੱਕੀਆਂ ਹਨ। ਬਹੁਤ ਜ਼ਿਆਦਾ ਗਲਤ ਆਦਤਾਂ ਜਿਹੜੀਆਂ ਹੈ ਸਾਨੂੰ ਪੈ ਚੁੱਕੀਆਂ ਹਨ। ਸਾਡੀ ਸਭ ਤੋਂ ਪਹਿਲੀ ਆਦਤਾਂ ਇਹ ਹੈ ਕਿ ਅਸੀਂ ਸਵੇਰੇ ਬਿਸਤਰੇ 'ਤੇ ਅੱਖਾਂ ਖੋਲ੍ਹਦੇ ਸਾਰ ਹੀ ਸਵੇਰ ਦੀ ਚਾਹ ਲੈ ਲੈਂਦੇ ਹਾਂ। ਸਾਨੂੰ ਉੱਠਦੇ ਸਾਰ ਹੀ ਕੀ ਹੈ, ਚਾਹ ਚਾਹੀਦੀ ਹੈ। ਚਾਹ ਪੀਣ ਤੋਂ ਬਾਅਦ ਸਾਡੀਆਂ ਅੱਖਾਂ ਤਾਂ ਪੂਰੀ ਤਰ੍ਹਾਂ ਖੁੱਲ੍ਹ ਜਾਂਦੀਆਂ ਹਨ, ਪਰ ਉਸ ਦਾ ਪ੍ਰਭਾਵ ਸਾਡੇ ਸਰੀਰ 'ਤੇ ਕਿੰਨਾ ਹਾਨੀਕਾਰਕ ਹੁੰਦਾ ਹੈ, ਇਸ ਗੱਲ ਨੂੰ ਅਸੀਂ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਸੱਚ ਤਾਂ ਇਹ ਹੈ ਕਿ ਜਿਉਂ-ਜਿਉਂ ਅਜੋਕੀ ਸੱਭਿਅਤਾ ਦਾ ਪ੍ਰਚਾਰ ਹੁੰਦਾ ਜਾ ਰਿਹਾ ਹੈ, ਸਾਡੇ ਸਮਾਜ ਵਿੱਚ ਚਾਹ ਦਾ ਰਿਵਾਜ਼ ਉਨਾ ਹੀ ਜ਼ੋਰ ਫੜਦਾ ਜਾ ਰਿਹਾ ਹੈ। ਵੀ ਜੋ ਪੱਛਮੀ ਸੱਭਿਅਤਾ ਹੈ, ਠੀਕ ਹੈ ਜੀ, ਉਸ ਕਰਕੇ ਕੀ ਹੈ, ਸਾਡੀਆਂ ਆਦਤਾਂ ਜਿਹੜੀਆਂ ਹਨ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਜਾ ਰਹੀਆਂ ਹਨ। ਠੀਕ ਹੈ। ਅੱਜ ਦੇ ਇਸ ਨਵੇਂ ਦੌਰ ਵਿੱਚ ਜ਼ਿਆਦਾਤਰ ਲੋਕ ਸਵੇਰੇ ਉੱਠਦੇ ਸਾਰ ਹੀ ਚਾਹ ਲੈਣ ਦੇ ਆਦੀ ਹੁੰਦੇ ਜਾ ਰਹੇ ਹਨ ਅਤੇ ਸਾਡੀ ਤਰ੍ਹਾਂ ਉਹ ਵੀ ਇਸ ਗੱਲ ਤੋਂ ਅਣਜਾਣ ਹਨ ਕਿ ਸਿਹਤਮੰਦ ਅਤੇ ਨਿਰੋਗੀ ਜੀਵਨ ਵਿੱਚ ਚਾਹ ਦੀ ਕੋਈ ਮਹੱਤਤਾ ਨਹੀਂ ਹੈ। ਜੇ ਅਸੀਂ ਆਪਣਾ ਸਰੀਰ ਨਿਰੋਗ ਰੱਖਣਾ ਹੈ, ਸਿਹਤਮੰਦ ਰੱਖਣਾ ਹੈ, ਤਾਂ ਸਾਨੂੰ ਗਲਤ ਆਦਤਾਂ ਜਿਹੜੀਆਂ ਉਹ ਛੱਡ ਦੇਣੀਆਂ ਪੈਣਗੀਆਂ। ਠੰਡੇ ਅਤੇ ਯੂਰਪੀ ਦੇਸ਼ਾਂ ਦੀ ਗੱਲ ਹੋਰ ਹੈ, ਪਰ ਭਾਰਤ ਜਿਹੇ ਗਰਮ ਦੇਸ਼ ਵਿੱਚ ਚਾਹ ਦਾ ਕੋਈ ਮਹੱਤਵ ਅਤੇ ਅਰਥ ਨਹੀਂ ਹੈ। ਕੁਝ ਹਾਲਤਾਂ ਵਿੱਚ ਚਾਹ ਨੂੰ ਇੱਕ ਦਵਾਈ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। ਸਿਹਤਮੰਦ ਅਤੇ ਸੁੰਦਰਤਾ ਪ੍ਰਾਪਤੀ ਦੇ ਪੱਖੋਂ ਚਾਹ ਪੀਣਾ ਸਰਾਸਰ ਇੱਕ ਗਲਤ ਆਦਤ ਹੀ ਮੰਨਣੀ ਪਵੇਗੀ, ਕਿਉਂਕਿ ਅੱਜ ਦੇ ਸਮੇਂ ਵਿੱਚ ਲੋਕ ਬਹੁਤ ਜ਼ਿਆਦਾ ਮਾਤਰਾ ਵਿੱਚ ਗ੍ਰੀਨ ਟੀ ਲੈਂਦੇ ਹਨ। ਠੀਕ ਹੈ ਜੀ। ਲੈਮਨ ਟੀ ਲੈਂਦੇ ਹਨ ਜਾਂ ਹੋਰ ਕਈ ਤਰ੍ਹਾਂ ਦੀ ਕੋਈ ਵੀ ਚੀਜ਼ ਹੈ, ਇੱਕ ਲਿਮਿਟ ਤੋਂ ਵੱਧ ਜਿਹੜੀ ਚੀਜ਼ ਅਸੀਂ ਵਰਤਦੇ ਹਾਂ ਉਸ ਦਾ ਸਾਨੂੰ ਨੁਕਸਾਨ ਹੀ ਝੱਲਣਾ ਪੈਂਦਾ ਹੈ। ਠੀਕ ਹੈ ਜੀ। ਚਾਹ ਇੱਕ ਤਰ੍ਹਾਂ ਜ਼ਹਿਰ ਵਾਂਗ ਸਰੀਰ ਵਿੱਚ ਫੈਲ ਕੇ ਸਰੀਰ ਅਤੇ ਆਪਣਾ ਅਧਿਕਾਰ ਜਮਾ ਲੈਂਦੀ ਹੈ ਅਤੇ ਫਿਰ ਇੱਕ ਸਮਾਂ ਅਜਿਹਾ ਆਉਂਦਾ ਹੈ ਕਿ ਅਸੀਂ ਚਾਹ ਦੇ ਬਿਨਾਂ ਰਹਿ ਹੀ ਨਹੀਂ ਸਕਦੇ। ਠੀਕ ਹੈ ਜੀ। ਚਾਹ ਦੀ ਸਾਨੂੰ ਇੰਨੀ ਭੈੜੀ ਆਦਤ ਪੈ ਜਾਂਦੀ ਹੈ ਕਿ ਬਾਰ-ਬਾਰ ਸਾਡਾ ਫਿਰ ਚਾਹ ਪੀਣ ਨੂੰ ਦਿਲ ਕਰਦਾ ਹੈ। ਚਾਹ ਵਿੱਚ ਥਾਇਨੀਨ ਨਾਂ ਦਾ ਇੱਕ ਅਜਿਹਾ ਤੱਤ ਹੁੰਦਾ ਹੈ ਜੋ ਖੂਨ ਨੂੰ ਸ਼ੁੱਧ ਨਹੀਂ ਹੋਣ ਦਿੰਦਾ। ਠੀਕ ਹੈ ਜੀ। ਥਾਇਨੀਨ ਨਾਂ ਦਾ ਇੱਕ ਪਦਾਰਥ ਹੁੰਦਾ ਚਾਹ ਵਿੱਚ ਜੋ ਕਿ ਸਾਡੇ ਖੂਨ ਨੂੰ ਕੀ ਹੈ, ਗੰਦਾ ਕਰਦਾ ਹੈ ਅਗਰ ਅਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਚਾਹ ਪੀਂਦੇ ਹਾਂ। ਸਿੱਟੇ ਵਜੋਂ ਖੂਨ ਗੰਦਾ ਹੁੰਦਾ ਰਹਿੰਦਾ ਹੈ। ਜ਼ਿਆਦਾ ਚਾਹ ਪੀਣ ਵਾਲਿਆਂ ਦੀ ਅੱਖਾਂ ਤੁਹਾਨੂੰ ਹਮੇਸ਼ਾ ਧੁੰਦਲੀਆਂ ਅਤੇ ਉਦਾਸ ਦਿਖਾਈ ਦਿੰਦੀਆਂ ਹਨ। ਰੁੱਖਾਪਨ ਜਾਂ ਕਿਤੇ ਅਸਾਧਾਰਨ ਚਿਕਨਾਪਨ ਦਿਖਾਈ ਦੇਵੇਗਾ। ਇਸ ਤੋਂ ਇਲਾਵਾ ਚਾਹ ਨਾਲ ਖੂਨ ਅਤੇ ਨਾੜੀਆਂ ਵਿੱਚ ਗੈਰ ਜ਼ਰੂਰੀ ਉਤੇਜਨਾ ਆਉਣ ਨਾਲ ਨਾੜੀਆਂ ਥੱਕ ਜਾਂਦੀਆਂ ਹਨ। ਠੀਕ ਹੈ ਜੀ। ਯਾਨੀ ਕਿ ਸਾਡੇ ਸਰੀਰ ਦੀ ਜੋ ਐਨਰਜੀ ਹੈ ਉਹ ਖਤਮ ਹੁੰਦੀ ਜਾਂਦੀ ਹੈ, ਊਰਜਾ ਖਤਮ ਹੁੰਦੀ ਜਾਂਦੀ ਹੈ ਅਤੇ ਜਿਹੜਾ ਸਾਡਾ ਸਰੀਰ ਹੈ ਉਹ ਨਿੱਕੀ ਬਿਮਾਰੀਆਂ ਦਾ ਆਦੀ ਹੁੰਦਾ ਜਾਂਦਾ ਹੈ। ਜ਼ਿਆਦਾ ਚਾਹ ਪੀਣ ਵਾਲਿਆਂ ਨੂੰ ਸਰਦੀ ਜ਼ੁਕਾਮ ਜਿਹੜਾ ਹੈ ਉਹ ਬਾਰ-ਬਾਰ ਹੋ ਜਾਂਦਾ ਹੈ। ਠੀਕ ਹੈ ਜੀ। ਉਲਟਾ ਅਸੀਂ ਸੋਚਦੇ ਹਾਂ ਕਿ ਚਾਹ ਪੀਣ ਨਾਲ ਜੋ ਹੈ ਸਾਡੀ ਸਰਦੀ ਜ਼ੁਕਾਮ ਹੈ ਉਹ ਠੀਕ ਹੁੰਦਾ ਹੈ, ਪਰ ਇਸ ਦੀ ਅਧਿਕ ਮਾਤਰਾ ਕਾਰਨ ਕੀ ਹੈ, ਸਾਡੇ ਉੱਤੇ ਇਸ ਦਾ ਉਲਟ ਪ੍ਰਭਾਵ ਪੈਂਦਾ ਹੈ। ਜੇ ਅਸੀਂ ਸਿਹਤਮੰਦ ਅਤੇ ਨਿਰੋਗ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਚਾਹ ਦੀ ਆਦਤ ਹੈ ਜਿਹੜੀ ਉਹ ਛੱਡਣੀ ਪਵੇਗੀ। ਠੀਕ ਹੈ ਜੀ। ਜੋ ਇਹ ਚਾਹ ਵਿੱਚ ਥਾਇਨੀਨ ਨਾਂ ਦਾ ਪਦਾਰਥ ਹੁੰਦਾ ਹੈ ਬਹੁਤ ਹਾਨੀਕਾਰਕ ਹੁੰਦਾ ਹੈ ਅਤੇ ਥਾਇਨੀਨ ਨਾਲ ਗਿਆਨ ਤੰਤੂ ਉਤੇਜਿਤ ਹੁੰਦੇ ਹਨ ਅਤੇ ਫੌਰੀ ਤੌਰ 'ਤੇ ਸਰੀਰ ਵਿੱਚ ਤਾਕਤ ਦਾ ਅਨੁਭਵ ਹੁੰਦਾ ਹੈ। ਯਾਨੀ ਕਿ ਉੱਪਰੋਂ ਸਾਨੂੰ ਲੱਗਦਾ ਵੀ ਸਾਡੇ ਅੰਦਰ ਤਾਕਤ ਆਉਂਦੀ, ਐਨਰਜੀ ਆਉਂਦੀ ਹੈ, ਪਰ ਕੀ ਹੈ, ਜ਼ਿਆਦਾ ਚਾਹ ਪੀਣ ਨਾਲ ਸਾਡੀ ਨੀਂਦ ਹੈ ਜੋ ਉਹ ਵੀ ਉੱਡ ਜਾਂਦੀ ਹੈ। ਠੀਕ ਹੈ ਜੀ। ਕੁਝ ਦਿਨਾਂ ਬਾਅਦ ਜੇ ਅਸੀਂ ਚਾਹ ਨਹੀਂ ਪੀਵਾਂਗੇ ਤਾਂ ਸਾਨੂੰ ਸਿਰ ਦਰਦ ਦੀ ਬਿਮਾਰੀ ਮਹਿਸੂਸ ਹੋਏਗੀ ਅਤੇ ਜੇ ਅਸੀਂ ਚਾਹ ਪੀ ਲੈਂਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਸਾਡਾ ਸਿਰ ਦਰਦ ਹੈ ਜਿਹੜਾ ਉਹ ਠੀਕ ਹੋ ਜਾਏਗਾ।
ਦਿਲ ਦੀ ਧੜਕਣ ਵੱਧ ਜਾਂਦੀ ਹੈ, ਪੇਟ ਖਰਾਬ ਰਹਿਣ ਲੱਗ ਜਾਂਦਾ, ਯਾਨੀ ਕਿ ਸਾਡੀ ਪਾਚਨ ਸ਼ਕਤੀ ਹੈ ਜਿਹੜੀ ਉਹ ਵਿਗੜ ਜਾਂਦੀ ਹੈ। ਠੀਕ ਹੈ ਜੀ। ਤੇ ਇਸ ਤਰ੍ਹਾਂ ਕੀ ਹੈ, ਸਾਡੀ ਸਿਹਤ ਹੈ ਜਿਹੜੀ ਉਹ ਖਰਾਬ ਹੁੰਦੀ ਜਾਂਦੀ ਹੈ। ਥੈਨੀਨ ਨਾਲ ਪਾਚਨ ਕਿਰਿਆ ਦੇ ਅੰਗਾਂ 'ਤੇ ਵੀ ਬੁਰਾ ਅਸਰ ਪੈਂਦਾ ਹੈ। ਅੰਤੜੀਆਂ ਦੀਆਂ ਨਾੜੀਆਂ ਕਠੋਰ ਬਣ ਜਾਂਦੀਆਂ ਨੇ, ਉਹਨਾਂ ਦੀ ਹਾਲਤ ਕਮਜ਼ੋਰ ਹੁੰਦੀ ਜਾਏਗੀ, ਜਿਸ ਕਾਰਨ ਖਾਧਾ ਪੀਤਾ ਜਿਹੜਾ ਉਹ ਸਾਨੂੰ ਨਹੀਂ ਪਚੇਗਾ। ਠੀਕ ਹੈ ਜੀ। ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਈ ਵਾਰ ਕੀ ਹੈ, ਚਾਹ ਪੀ ਲੈਂਦੇ ਹਾਂ, ਜਿਸ ਨਾਲ ਸਾਡੀ ਨੀਂਦ ਹੈ ਜਿਹੜੀ ਉਹ ਖਰਾਬ ਹੋ ਜਾਂਦੀ ਹੈ। ਭੁੱਖ ਨਾ ਲੱਗਣ ਨਾਲ ਸਰੀਰ ਵਿੱਚ ਤਾਕਤ ਘਟ ਜਾਂਦੀ ਹੈ ਅਤੇ ਰੋਗ ਨਿਰੋਧਕ ਤਾਕਤ ਘੱਟ ਹੋ ਜਾਂਦੀ ਹੈ। ਅਸੀਂ ਰਾਤ ਨੂੰ ਸੌਂਦੇ ਬਹੁਤ ਕੁਵੇਲੇ ਹਾਂ। ਠੀਕ ਹੈ ਜੀ, ਜਿਸ ਕਰਕੇ ਅਸੀਂ ਸਵੇਰੇ ਜਲਦੀ ਨਹੀਂ ਉੱਠ ਸਕਦੇ। 8 ਵਜੇ ਤੱਕ ਬਿਸਤਰੇ 'ਤੇ ਪਏ ਰਹਿੰਦੇ ਹਾਂ। 1-2 ਵਾਰ ਚਾਹ ਨੂੰ ਅੰਮ੍ਰਿਤ ਸਮਝ ਕੇ ਪੀਂਦੇ ਹਾਂ, ਤਾਂ ਜਾ ਕੇ ਅਸੀਂ ਕਿਤੇ ਬਿਸਤਰੇ ਵਿੱਚੋਂ ਉੱਠਦੇ ਹਾਂ। ਯਾਨੀ ਕਿ ਅਸੀਂ ਆਪਣੀ ਆਦਤਾਂ ਇੰਨੇ ਜ਼ਿਆਦਾ ਵਿਗਾੜ ਰੱਖੀਆਂ ਹਨ ਕਿ ਸਾਨੂੰ ਹਰੇਕ ਕੰਮ ਕਰਨ ਤੋਂ ਪਹਿਲਾਂ ਚਾਹ ਦੀ ਲੋੜ ਮਹਿਸੂਸ ਹੁੰਦੀ ਹੈ। ਠੀਕ ਹੈ। ਚੰਗਾ ਖਾਣ ਪੀਣ 'ਤੇ ਵੀ ਸਰੀਰ ਕਮਜ਼ੋਰ ਬਣਿਆ ਰਹਿੰਦਾ ਹੈ, ਚਿਹਰੇ 'ਤੇ ਕੋਈ ਰੌਣਕ ਨਹੀਂ ਹੁੰਦੀ, ਸਦੀਵੀ ਸਥਿਰਤਾ ਬਣੀ ਰਹਿੰਦੀ ਹੈ ਅਤੇ ਚਿਹਰਾ ਹਮੇਸ਼ਾ ਉਤਰਿਆ ਰਹਿੰਦਾ ਹੈ। ਇਸ ਗੱਲ ਨੂੰ ਤਾਂ ਜਿਵੇਂ ਅਸੀਂ ਜਾਣਦੇ ਹੀ ਨਹੀਂ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਣਾ ਸਿਹਤ ਲਈ ਹਰ ਪੱਖੋਂ ਉੱਤਮ ਹੈ। ਠੀਕ ਹੈ ਜੀ। ਸਵੇਰ ਸਾਰ ਬਿਸਤਰੇ ਦਾ ਤਿਆਗ ਕਰਨਾ ਸਾਡੀਆਂ ਆਰੀਆ ਸੰਸਕ੍ਰਿਤੀ ਦਾ ਇੱਕ ਨਿਯਮ ਰਿਹਾ ਹੈ। ਮਨੁੱਖੀ ਤਨ ਮਨ ਧਨ ਦੇ ਵਾਧੇ ਲਈ ਰਿਸ਼ੀਆਂ ਮੁਨੀਆਂ ਦਾ ਵੀ ਸਾਨੂੰ ਇਹ ਹੀ ਸੁਝਾਅ ਰਿਹਾ ਹੈ ਕਿ ਇਸ ਸੁਝਾਅ ਜਾਂ ਹੁਕਮ ਵਿੱਚ ਬਹੁਤ ਵੱਡਾ ਭੇਦ ਛੁਪਿਆ ਹੈ। ਜੇ ਤੁਸੀਂ ਨਿਰੋਗ ਰਹਿਣਾ ਚਾਹੁੰਦੇ ਹੋ, ਠੀਕ ਹੈ ਜੀ, ਜੇਕਰ ਤੰਦਰੁਸਤ ਰਹਿ ਕੇ ਜੀਵਨ ਬਿਤਾਉਣਾ ਚਾਹੁੰਦੇ ਹੋ ਤਾਂ ਕੀ ਹੈ, ਜੇ ਤੁਸੀਂ ਸੰਸਾਰ ਵਿੱਚ ਲੰਬੀ ਉਮਰ ਭੋਗਣਾ ਚਾਹੁੰਦੇ ਹੋ ਤਾਂ ਤੁਸੀਂ ਕੋਈ ਵੀ ਗਲਤ ਆਦਤ ਨੂੰ ਨਾ ਅਪਣਾਓ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਬਿਸਤਰੇ ਨੂੰ ਛੱਡ ਦੇਣ ਵਰਗੀ ਵਧੀਆ ਆਦਤ ਪਾਓ। ਠੀਕ ਹੈ ਜੀ। ਸਾਡੇ ਗ੍ਰੰਥਾਂ ਵਿੱਚ ਵੀ ਇਹੀ ਲਿਖਿਆ ਗਿਆ ਹੈ ਕਿ ਜਿਹੜਾ ਸਵੇਰ ਉੱਠਣਾ ਹੈ, ਸਵੇਰ ਦੇ ਸਮੇਂ ਉੱਠਣਾ, ਉਹ ਬਹੁਤ ਜ਼ਿਆਦਾ ਲਾਭਦਾਇਕ ਹੈ। ਆਯੁਰਵੇਦ ਵਿੱਚ ਵੀ ਇਹੀ ਦੱਸਿਆ ਗਿਆ। ਠੀਕ ਹੈ ਜੀ। ਤੇ ਭਾਵ ਪ੍ਰਕਾਸ਼ ਲਿਖਿਆ ਹੈ। ਭਾਵ ਪ੍ਰਕਾਸ਼ ਵਿੱਚ ਵੀ ਇਹ ਲਿਖਿਆ ਕਿ ਸਿਹਤਮੰਦ ਅਤੇ ਨਿਰੋਗ ਮਨੁੱਖ ਆਪਣੀ ਜ਼ਿੰਦਗੀ ਦੀ ਰਾਖੀ ਲਈ 4 ਘੜੀ ਤੜਕੇ ਉੱਠੇ ਤੇ ਉਸ ਸਮੇਂ ਦੁੱਖਾਂ ਦਾ ਨਾਸ਼ ਕਰਨ ਲਈ ਪਰਮਾਤਮਾ ਦਾ ਸਿਮਰਨ, ਯਾਨੀ ਕਿ ਸਵੇਰੇ ਉੱਠ ਕੇ ਸਾਨੂੰ ਕੀ ਹੈ, ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਤੇ ਸੂਰਜ ਚੜ੍ਹਨ ਤੋਂ ਪਹਿਲਾਂ ਸਾਨੂੰ ਕੀ ਹੈ, ਆਪਣਾ ਬਿਸਤਰਾ ਛੱਡ ਦੇਣਾ ਚਾਹੀਦਾ ਹੈ। ਉਹਨਾਂ ਵਿਅਕਤੀਆਂ ਦਾ ਸਰੀਰ ਨਿਰੋਗ ਰਹਿੰਦਾ ਹੈ ਜੋ ਇਹਨਾਂ ਦੀ ਪਾਲਣਾ ਕਰਦੇ ਹਨ ਤੇ ਉਹਨਾਂ ਦੀ ਬੁੱਧੀ ਵੀ ਕੀ ਹੈ, ਤੇਜ਼ ਹੁੰਦੀ ਹੈ। ਸੂਰਜ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤ ਵੇਲਾ ਹੁੰਦਾ ਹੈ। ਠੀਕ ਹੈ ਜੀ। ਜੋ ਸੂਰਜ ਚੜ੍ਹਨ ਤੋਂ ਜਿਹੜੇ ਪਹਿਲਾਂ ਦਾ ਸਮਾਂ ਹੁੰਦਾ ਉਸ ਨੂੰ ਅਸੀਂ ਅੰਮ੍ਰਿਤ ਵੇਲਾ ਕਹਿੰਦੇ ਹਾਂ। ਉਸ ਵੇਲੇ ਉੱਠਣ ਨਾਲ ਆਦਮੀ ਦੇ ਸਰੀਰ ਵਿੱਚ ਰੌਣਕ ਅਤੇ ਬਲ ਦਾ ਸੰਚਾਰ ਹੁੰਦਾ ਹੈ, ਯਾਨੀ ਉਹਨੂੰ ਇੱਕ ਕੁਦਰਤੀ ਐਨਰਜੀ, ਕੁਦਰਤੀ ਊਰਜਾ ਮਿਲਦੀ ਹੈ। ਕੰਮ ਕਰਨ ਦਾ ਉਤਸ਼ਾਹ ਜਾਗਦਾ ਹੈ, ਸਰੀਰ ਵਿੱਚ ਇੱਕ ਨਵੀਂ ਕਿਸਮ ਦੀ ਫੁਰਤੀ ਆ ਜਾਂਦੀ ਹੈ। ਸਵੇਰੇ ਉੱਠਣ ਦੇ ਕੁਝ ਲਾਭ ਵੀ ਹਨ। ਠੀਕ ਹੈ ਜੀ। ਇਸ ਵੇਲੇ ਉੱਠਣ ਨਾਲ ਓਜ਼ੋਨ ਯਾਨੀ ਕਿ ਆਕਸੀਜਨ ਜਿਹੜੀ ਹੈ ਉਹ ਸਾਨੂੰ ਭਰਪੂਰ ਮਾਤਰਾ ਵਿੱਚ ਮਿਲਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ, ਦੇਰ ਨਾਲ ਉੱਠਣ ਵਾਲਿਆਂ ਵਿੱਚ ਜ਼ਿਆਦਾ ਲੋਕਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉੱਠਣ ਤੋਂ ਬਾਅਦ ਉਹਨਾਂ ਦੇ ਸਰੀਰ ਵਿੱਚ ਫੁਰਤੀ ਬਿਲਕੁਲ ਨਹੀਂ ਹੁੰਦੀ। ਇਸ ਦੇ ਉਲਟ ਆਲਸ ਬਹੁਤ ਜ਼ਿਆਦਾ ਰਹਿੰਦਾ ਹੈ, ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ। ਠੀਕ ਹੈ ਜੀ। ਤੇ ਸਮਾਂ ਫਿਰ ਜ਼ਿਆਦਾ ਸਮਾਂ ਵਿਅਰਥ ਹੀ ਬਰਬਾਦ ਹੋ ਜਾਂਦਾ ਹੈ। ਸਵੇਰੇ ਵੇਲੇ ਦਰਖਤਾਂ, ਫੁੱਲਾਂ ਦੇ ਪੱਤਿਆਂ ਵਿੱਚ ਖੁਸ਼ਬੂ ਫੈਲਦੀ ਹੈ, ਉਹ ਸਾਡੇ ਦਿਮਾਗ ਨੂੰ ਕੀ ਹੈ, ਇੱਕ ਨਵੀਂ ਤਾਜ਼ਗੀ ਭਰ ਦਿੰਦੇ ਹਨ। ਅਸਲ ਵਿੱਚ ਸਵੇਰ ਦਾ ਵਾਤਾਵਰਨ ਅਤਿਅੰਤ ਲਾਭਦਾਇਕ ਹੁੰਦਾ ਹੈ। ਇਸ ਕਰਕੇ ਸਾਨੂੰ ਕੀ ਹੈ, ਸਵੇਰ ਦੇ ਸਮੇਂ ਸਾਨੂੰ ਉੱਠਣਾ ਚਾਹੀਦਾ ਹੈ, ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ। ਠੀਕ ਹੈ ਜੀ। ਜਿਹੜੇ ਸੰਸਾਰ ਦੇ ਪ੍ਰਸਿੱਧ ਵਿਅਕਤੀਆਂ ਦੀ ਜੀਵਨੀ ਜੇ ਅਸੀਂ ਪੜ੍ਹੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਵੇਰੇ ਬਹੁਤ ਸਵੇਰੇ ਜਲਦੀ ਉੱਠਦੇ ਸਨ। ਇਸ ਲਈ ਜਿਨ੍ਹਾਂ ਨੇ ਨਿਰੋਗ ਤੇ ਤੰਦਰੁਸਤ ਰਹਿਣਾ ਹੀ ਆਪਣੇ ਜੀਵਨ ਦਾ ਇੱਕ ਮੂਲ ਬਣਾਇਆ ਹੋਇਆ ਸੀ। ਠੀਕ ਹੈ ਜੀ। ਮੂਲ ਟੀਚਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਬਿਸਤਰ ਛੱਡ ਦੇਣ, ਕਿਉਂਕਿ ਇਸ ਦਿਨ ਚੜ੍ਹੇ ਉੱਠਣ ਨਾਲ ਤੰਦਰੁਸਤੀ ਨਸ਼ਟ ਹੋ ਜਾਂਦੀ। ਇਹ ਉਹਨਾਂ ਦੀ ਸੋਚ ਸੀ। ਤੇ ਮਨ ਜਿਹੜਾ ਹੈ ਉਹ ਮਲੀਨ ਰਹਿੰਦਾ। ਸਾਰਾ ਦਿਨ ਕੀ ਹੈ, ਇਨਸਾਨ ਸੁਸਤੀ ਵਿੱਚ ਹੀ ਘਿਰਿਆ ਰਹਿੰਦਾ ਹੈ, ਨਾ ਉਸਦਾ ਕੋਈ ਕੰਮ ਕਰਨ ਨੂੰ
ਮਨ ਕਰਦਾ ਹੈ। ਠੀਕ ਹੈ ਜੀ। ਤੇ ਚਾਣਕਿਆ ਨੇ ਤਾਂ ਵਿਸ਼ਨੂਗੁਪਤ ਚਾਣਕਿਆ ਨੇ ਕਿਹਾ ਸੀ ਕਿ ਜੋ ਵਿਅਕਤੀ ਗੰਦੇ ਕੱਪੜੇ ਪਹਿਨਦਾ ਹੈ, ਠੀਕ ਹੈ ਜੀ, ਸੂਰਜ ਚੜ੍ਹਨ 'ਤੇ ਉੱਠਦਾ ਹੈ ਤੇ ਛਿਪਣ ਵੇਲੇ ਸੁੱਤਾ ਰਹਿੰਦਾ ਹੈ, ਬਹੁਤ ਜ਼ਿਆਦਾ ਖਾਂਦਾ ਹੈ, ਸਾਫ਼ ਨਹੀਂ ਰੱਖਦਾ ਆਪਣੇ ਆਪ ਨੂੰ, ਦੰਦਾਂ ਨੂੰ ਸਾਫ਼ ਨਹੀਂ ਰੱਖਦਾ, ਤੇ ਚਾਹੇ ਉਹ ਚੱਕਰਧਾਰੀ ਵਿਸ਼ਨੂੰ ਹੀ ਕਿਉਂ ਨਾ, ਯਾਨੀ ਕਿ ਵਿਸ਼ਨੂੰ ਭਗਵਾਨ ਹੀ ਕਿਉਂ ਨਾ ਹੋਵੇ, ਉਸਨੂੰ ਵੀ ਲਕਸ਼ਮੀ ਹੈ ਜਿਹੜੀ, ਧਨ ਹੈ ਜਿਹੜਾ, ਉਹ ਛੱਡ ਕੇ ਚਲਾ ਜਾਂਦਾ ਹੈ। ਜੇ ਅਸੀਂ ਆਪਣਾ ਭਲਾ ਚਾਹੁੰਦੇ ਹਾਂ ਤਾਂ ਸੰਸਾਰ ਵਿੱਚ ਸੁੱਖ ਨਾਲ ਸਾਰੀ ਉਮਰ ਬਤੀਤ ਕਰਨੀ ਚਾਹੁੰਦੇ ਹਾਂ ਤਾਂ ਸਵੇਰ ਸਾਰ ਉੱਠਣ ਦਾ ਫੈਸਲਾ ਸਾਨੂੰ ਕਰਨਾ ਪਵੇਗਾ। ਸਾਡੀ ਦੂਜੀ ਗਲਤੀ ਇਹ ਹੈ ਕਿ ਸਵੇਰ ਦੀ ਸੈਰ ਨਹੀਂ ਕਰਦੇ। ਸਰੀਰਕ ਮਿਹਨਤ ਕਰਨ ਲਈ ਸਭ ਤੋਂ ਚੰਗਾ ਕਦਮ ਸਵੇਰ ਦੀ ਸੈਰ ਹੈ। ਉਂਝ ਯੋਗ ਆਸਨਾਂ ਨਾਲ ਵੀ ਕੀ ਹੈ, ਅਸੀਂ ਸਰੀਰ ਨੂੰ ਤੰਦਰੁਸਤ ਅਤੇ ਚੁਸਤ ਬਣਾ ਸਕਦੇ ਹਾਂ। ਠੀਕ ਹੈ ਜੀ। ਸੈਰ ਦੀ ਆਦਤ ਪਾ ਕੇ ਪਿੱਛੇ ਯੋਗ ਆਸਨ ਸ਼ੁਰੂ ਕਰਨਾ ਹੋਰ ਵੀ ਜ਼ਿਆਦਾ ਵਿਗਿਆਨਕ ਅਤੇ ਲਾਭਦਾਇਕ ਹੈ। ਸੈਰ ਦੇ ਸਿਲਸਿਲੇ ਵਿੱਚ ਧਿਆਨ ਰੱਖਣਾ ਪਵੇਗਾ ਕਿ ਸਾਨੂੰ ਸੈਰ ਹੈ ਜਿਹੜੀ ਉਹ ਕਿੱਥੇ, ਖੁੱਲ੍ਹੇ ਮੈਦਾਨਾਂ ਵਿੱਚ ਜਾਂ ਕਿਸੇ ਪਾਰਕ ਵਿੱਚ ਕਰਨੀ ਚਾਹੀਦੀ ਹੈ। ਠੀਕ ਹੈ, ਜਿੱਥੇ ਸਾਨੂੰ ਕੀ ਹੈ, ਤਾਜ਼ਗੀ ਅਤੇ ਸ਼ੁੱਧ ਹਵਾ ਦੀ ਪ੍ਰਾਪਤੀ ਹੁੰਦੀ ਹੈ, ਜੋ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ। ਨੀਂਦ ਵੀ ਸਾਡੇ ਲਈ ਨਿਰੋਗ ਰਹਿਣ ਦੀ ਇੱਕ ਮਹੱਤਵਪੂਰਨ ਨੀਂਹ ਹੈ। ਠੀਕ ਹੈ ਜੀ। ਸੈਰ ਤੋਂ ਬਾਅਦ ਕੀ ਹੈ, ਨੀਂਦ ਬਾਰੇ ਦੱਸਿਆ ਗਿਆ ਹੈ ਵੀ ਜੇ ਨੀਂਦ ਹੈ ਜੋ ਸਾਨੂੰ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਨਹੀਂ ਮਿਲਦੀ ਤਾਂ ਸਾਡਾ ਸਰੀਰ ਹੈ ਜਿਹੜਾ ਉਹ ਪੂਰੀ ਤਰ੍ਹਾਂ ਚੁਸਤ ਅਤੇ ਤੰਦਰੁਸਤ ਨਹੀਂ ਰਹਿ ਸਕਦਾ। ਠੀਕ ਹੈ ਜੀ। ਗੂੜੀ ਨੀਂਦ ਨਾਲ ਕੀ ਹੈ, ਸਾਡੇ ਸਰੀਰ ਦੇ ਜਿਹੜੇ ਸੈੱਲ ਹਨ ਉਹ ਬਣਦੇ ਹਨ, ਸਾਡਾ ਪਾਚਨ ਤੰਤਰ ਹੈ ਉਹ ਸੁਧਰਦਾ ਹੈ, ਵਧੀਆ ਹੁੰਦਾ ਹੈ। ਜਿਹੜੇ ਮਰੇ ਹੋਏ ਇਹਦੇ ਸੈੱਲ ਹੁੰਦੇ ਸਰੀਰ 'ਚੋਂ ਉਹ ਨਸ਼ਟ ਹੋ ਜਾਂਦੇ ਹਨ ਅਤੇ ਨਵੇਂ ਸੈੱਲ ਬਣਦੇ ਹਨ। ਖੂਨ ਦੀ ਸ਼ੁੱਧੀ ਹੁੰਦੀ ਹੈ। ਤੰਤੂ ਮੁੜ ਸ਼ਕਤੀ ਪ੍ਰਾਪਤ ਕਰਕੇ ਚੇਤਨਾ ਭਰਪੂਰ ਅਤੇ ਮਜ਼ਬੂਤ ਬਣਦੇ ਹਨ। ਤੰਤੂਆਂ ਵਿੱਚ ਮੁੜ ਸ਼ਕਤੀ ਪ੍ਰਾਪਤ ਹੋਣ ਨਾਲ ਅੰਤੜੀਆਂ ਦੇ ਸਾਰੇ ਦੋਸ਼, ਜੋ ਵੀ ਅੰਦਰ ਸਾਡੇ ਕੀਟਾਣੂ ਹੁੰਦੇ ਹਨ ਹਾਨੀਕਾਰਕ, ਉਹ ਮਲ ਮੂਤਰ ਰਾਹੀਂ ਬਾਹਰ ਨਿਕਲ ਜਾਂਦੇ ਹਨ। ਠੀਕ ਹੈ ਜੀ। ਅੱਗੇ ਕੀ ਹੈ, ਸਰੀਰ ਵਿੱਚ ਨਿਰੋਗਤਾ ਅਤੇ ਤੰਦਰੁਸਤੀ ਵਿੱਚ ਨੀਂਦ ਦਾ ਗੂੜਾ ਸੰਬੰਧ ਹੈ। ਦਿਨ ਭਰ ਦੇ ਧੰਦਿਆਂ ਥੱਕਿਆ ਟੁੱਟਿਆ ਆਦਮੀ ਸੌਂ ਜਾਂਦਾ ਹੈ, ਪਰ ਅੱਜ ਦੇ ਇਸ ਮਾਰਾਮਾਰੀ ਦੇ ਯੁੱਗ ਵਿੱਚ ਕੀ ਹੈ, ਸਾਡੀ ਨੀਂਦ ਵੀ ਹੈ ਜੋ ਉਹ ਹਰਾਮ ਹੋ ਗਈ ਹੈ। ਅਤੇ ਜੋ ਸਾਰਾ ਦਿਨ ਹੈ ਕਿ ਅਸੀਂ ਕੰਮ ਕਰਦੇ ਹਾਂ, ਈਵਨ ਕਿ ਰਾਤ ਨੂੰ ਵੀ ਬੈਠ ਕੇ ਅਸੀਂ 12-12 ਵਜੇ ਤੱਕ ਕੰਮ ਕਰਦੇ ਹਾਂ, ਜੋ ਕਿ ਸਾਡੀ ਨੀਂਦ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਅਤੇ ਜੇ ਅਸੀਂ ਕੰਮ ਕਰਨ ਲਈ ਚਾਹ ਪੀ ਲੈਂਦੇ ਹਾਂ ਤਾਂ ਉਸ ਨਾਲ ਸਾਡੀ ਨੀਂਦ ਜਿਹੜੀ ਹੋਰ ਵੀ ਜ਼ਿਆਦਾ ਉੱਡ ਜਾਂਦੀ ਹੈ। ਅਤੇ ਜਿਹੜੀ ਗੂੜੀ ਨੀਂਦ ਹੈ ਉਹ ਸਿਹਤ ਵਧਾਊ ਹੈ। ਨੀਂਦ ਬਿਨਾਂ ਕੋਈ ਵੀ ਜੀਵ ਜੰਤੂ ਹੈ ਜੋ ਪਸ਼ੂ ਪੰਛੀ ਉਹ ਜਿਉਂਦਾ ਨਹੀਂ ਰਹਿ ਸਕਦਾ। ਠੀਕ ਹੈ ਜੀ। ਪੁਰਾਣੇ ਸਮਿਆਂ ਵਿੱਚ ਕੀ ਹੁੰਦਾ ਸੀ, ਜਿਹੜੇ ਰਾਜੇ ਮਹਾਰਾਜੇ ਹੁੰਦੇ ਸਨ ਉਹ ਆਪਣੇ ਦੋਸ਼ੀਆਂ ਨੂੰ ਸਜ਼ਾ ਦਿੰਦੇ ਸਨ ਜਾਗਣ ਦੀ। ਠੀਕ ਹੈ ਜੀ। ਜਾਗਦੇ ਰਹਿਣ ਦੀ ਸਜ਼ਾ, ਜੋ ਕਿ ਉਹਨਾਂ ਨੂੰ ਸੌਣ ਨਹੀਂ ਦਿੱਤਾ ਜਾਂਦਾ ਸੀ, ਜਿਸ ਕਰਕੇ ਕੀ ਹੈ, ਉਹਨਾਂ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਸੀ। ਫਿਰ ਉਹ ਜਾਂ ਤਾਂ ਪਾਗਲ ਹੋ ਜਾਂਦੇ ਸਨ ਜਾਂ ਫਿਰ ਮਰ ਜਾਂਦੇ ਸਨ। ਇਹ ਜਿਹੜੀ ਹਾਲਤ ਹੁੰਦੀ ਸੀ ਉਹਨਾਂ ਦੀ ਬਹੁਤ ਜ਼ਿਆਦਾ ਤਰਸਯੋਗ ਹੁੰਦੀ ਸੀ। ਸਾਡੇ ਲਈ ਜਾਣ ਲੈਣਾ ਕਾਫੀ ਨਹੀਂ ਹੈ ਕਿ ਸਾਡੇ ਸਰੀਰ ਲਈ ਨੀਂਦ ਦਾ ਕੀ ਮਹੱਤਵ ਹੈ। ਆਮ ਆਦਮੀ ਨੂੰ ਪ੍ਰਤੀ ਦਿਨ 7-8 ਘੰਟੇ ਸੌਣਾ ਚਾਹੀਦਾ ਹੈ। ਠੀਕ ਹੈ ਜੀ। ਅਤੇ ਸੌਣ ਤੋਂ ਪਹਿਲਾਂ ਕੀ ਹੈ, ਆਪਣੀਆਂ ਸਾਰੀਆਂ ਕਿਰਿਆਵਾਂ, ਕੁਦਰਤੀ ਕਿਰਿਆਵਾਂ ਜਿਹੜੇ ਮਲ ਮੂਤਰ ਹੁੰਦਾ ਇਹ ਆਪਣੀਆਂ ਕਰ ਲੈਣੀਆਂ ਚਾਹੀਦੀਆਂ ਹਨ, ਵੀ ਰਾਤ ਨੂੰ ਉਸਨੂੰ ਵਾਰ-ਵਾਰ ਨਾ ਜਾਗਣਾ ਪਵੇ। ਸਰਦੀ ਅਤੇ ਗਰਮੀ ਸੌਣ ਦਾ ਆਪਣਾ ਆਪਣਾ ਢੰਗ ਹੈ। ਸੌਣ ਵੇਲੇ ਸਰੀਰ ਨੂੰ ਢੁਕਵਾਂ ਵਾਤਾਵਰਨ ਮਿਲਣਾ ਚਾਹੀਦਾ ਹੈ। ਗਰਮ ਰੁੱਤ ਵਿੱਚ ਖੁੱਲ੍ਹੇ ਅਸਮਾਨ ਦੇ ਹੇਠਾਂ ਸਾਨੂੰ ਸੌਣਾ ਚਾਹੀਦਾ ਹੈ, ਜਦੋਂ ਕਿ ਸਰਦ ਰੁੱਤ ਵਿੱਚ 15 ਡਿਗਰੀ ਤਾਪਮਾਨ ਵਾਲੇ ਕਮਰੇ ਵਿੱਚ ਅਸੀਂ ਸੌ ਸਕਦੇ ਹਾਂ। ਸ਼ਾਮ ਵੇਲੇ ਹਲਕਾ ਭੋਜਨ ਖਾਣਾ ਚਾਹੀਦਾ ਹੈ। ਠੀਕ ਹੈ ਜੀ। ਕੋਈ ਇੱਦਾਂ ਦੀਆਂ ਆਪਾਂ ਨੂੰ ਸੌਣ ਸਮੇਂ ਕੋਈ ਫੋਨ ਜਾਂ ਟੀਵੀ ਦਾ ਆਦਤ ਨਹੀਂ ਹੋਣੀ ਚਾਹੀਦੀ, ਜਿਸ ਕਰਕੇ ਕੀ ਹੈ, ਸਾਡੀ ਜਿਹੜੀ ਨੀਂਦ ਹੈ ਉਹ ਖਰਾਬ ਹੋਵੇ। ਕਈ ਵਿਅਕਤੀਆਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ, ਉਹਨਾਂ ਨੂੰ ਸੌਣ ਲਈ ਤੋਂ ਪਹਿਲਾਂ ਜਿਹੜਾ ਸਵ ਆਸਨ ਹੈ ਉਹ ਕਰਨਾ ਚਾਹੀਦਾ ਹੈ ਯੋਗਾ ਦਾ, ਜੋ ਕਿ ਸਿਹਤ ਲਈ ਬਹੁਤ ਹੀ ਵਧੀਆ ਹੈ। ਠੀਕ ਹੈ ਜੀ। ਇਸ ਲਈ ਕੀ ਹੈ, ਉਸ ਵੇਲੇ ਸੁੱਤੇ ਪਏ ਆਦਮੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਖਲਲ ਨਹੀਂ ਆਉਣੀ ਚਾਹੀਦੀ। ਭਾਵੇਂ 7-8 ਘੰਟੇ ਨੀਂਦ ਦਾ ਨਿਯਮ ਹੈ, ਫਿਰ ਵੀ ਸਿਹਤਮੰਦ ਅਤੇ ਨਿਰੋਗ ਰਹਿਣ ਲਈ ਕਿੰਨੇ ਘੰਟੇ ਦੀ ਨੀਂਦ ਜ਼ਰੂਰੀ ਹੈ, ਇਸ ਦਾ ਕੋਈ ਮਾਪਦੰਡ ਨਹੀਂ। ਯਾਨੀ ਕਿ ਜੇ ਅਸੀਂ ਨਿਰੋਗ ਰਹਿਣਾ, ਤੰਦਰੁਸਤ ਰਹਿਣਾ, ਤਾਂ ਸਾਡੇ ਲਈ 7-8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ। ਉਹ ਨੀਂਦ ਅਸੀਂ ਕਿਸੇ ਵੀ ਸਮੇਂ ਲੈ ਸਕਦੇ ਹਾਂ, ਜਾਂ ਅਸੀਂ ਦਿਨ ਵਿੱਚ 4 ਘੰਟੇ 2 ਘੰਟੇ ਸੋ ਸਕਦੇ ਹਾਂ ਰਾਤ ਨੂੰ,
3-4 ਘੰਟੇ ਸੋ ਸਕਦੇ ਹਾਂ। ਇਸ ਤਰ੍ਹਾਂ ਕਰਕੇ ਜਿਹੜੀ ਸਾਡੀ ਨੀਂਦ ਹੈ ਉਹ ਪੂਰੀ ਹੋ ਜਾਣੀ ਚਾਹੀਦੀ ਹੈ। ਜਿਵੇਂ ਕਿ ਮਹਾਤਮਾ ਗਾਂਧੀ ਜੀ ਨੂੰ ਜਦੋਂ ਵੀ ਸਮਾਂ ਮਿਲਦਾ ਸੀ ਉਹ 1-2 ਘੰਟਾ ਆਪਣੀ ਨੀਂਦ ਲੈ ਲੈਂਦੇ ਸਨ, ਕਿਉਂਕਿ ਸਾਰਾ ਦਿਨ ਕੰਮ ਕਰਕੇ ਉਹ ਥੱਕ ਜਾਂਦੇ ਸਨ। ਠੀਕ ਹੈ ਜੀ। ਅਤੇ ਨੈਪੋਲੀਅਨ ਬੋਨਾਪਾਰਟ ਸੀ ਜਿਹੜੇ, ਉਹ ਕੀ ਸੀ, ਘੁੜਸਵਾਰੀ ਕਰਦੇ ਕਰਦੇ ਹੀ ਆਪਣੀ ਨੀਂਦ ਨੂੰ ਪੂਰੀ ਕਰ ਲੈਂਦੇ ਸਨ। ਇਸੇ ਤਰ੍ਹਾਂ ਵਿਗਿਆਨ ਦੇ ਇੱਕ ਅਧਿਆਪਕ ਨੇ ਜਲਦੀ ਸੌਣ ਦੇ ਲਾਭ ਬਾਰੇ ਦੱਸਿਆ ਹੈ। ਠੀਕ ਹੈ ਜੀ। ਉਹਨਾਂ ਨੇ ਕਿਹਾ ਹੈ ਕਿ 12 ਵਜੇ ਤੋਂ ਪਹਿਲਾਂ ਦੀ ਨੀਂਦ ਰਾਤ ਦੇ 12 ਵਜੇ ਤੋਂ ਬਾਅਦ ਦੀ ਨੀਂਦ ਨਾਲੋਂ ਸਾਡੇ ਸਰੀਰ ਨੂੰ ਦੁੱਗਣਾ ਆਰਾਮ ਦਿੰਦੀ ਹੈ। ਮੰਨ ਲਓ ਕਿ ਤੁਸੀਂ ਰਾਤ ਨੂੰ 10 ਵਜੇ ਸੋ ਜਾਓ ਤਾਂ ਤੁਹਾਨੂੰ ਜਿੰਨੀ ਨੀਂਦ ਪ੍ਰਾਪਤ ਹੋਵੇਗੀ ਉਨੀ ਨੀਂਦ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਰਾਤ ਦੇ 12 ਵਜੇ ਤੋਂ ਬਾਅਦ 4 ਘੰਟੇ ਸੌਣਾ ਪਵੇਗਾ। ਇਹ ਅਧਿਆਪਕ ਆਪਣੇ ਵਿਦਿਆਰਥੀ ਜੀਵਨ ਵਿੱਚ ਰੋਜ਼ ਰਾਤ ਨੂੰ 12 ਵਜੇ ਤੋਂ ਪਹਿਲਾਂ ਜਿਵੇਂ ਕਿ 10 ਵਜੇ ਤੱਕ ਸੋ ਜਾਂਦੇ ਸਨ। ਠੀਕ ਹੈ ਜੀ। ਅੱਗੇ ਕੀ ਹੈ, ਇਸ ਤਰ੍ਹਾਂ ਰਾਤ ਨੂੰ 12 ਵਜੇ ਤੋਂ ਪਹਿਲਾਂ ਦੀ 2 ਘੰਟੇ ਦੀ ਨੀਂਦ 4 ਘੰਟੇ ਦੀ ਨੀਂਦ ਦੇ ਬਰਾਬਰ ਹੁੰਦੀ ਹੈ ਅਤੇ ਉਹ ਉੱਠ ਜਾਂਦੇ। ਮਤਲਬ ਕਿ ਕੁੱਲ 4 ਘੰਟੇ ਸੌਂਦੇ ਸਨ, ਫਿਰ ਵੀ ਇਹ ਨੀਂਦ ਉਹਨਾਂ ਲਈ ਬਹੁਤ ਹੁੰਦੀ ਸੀ। ਯਾਨੀ ਕਿ ਇਹ ਗੂੜੀ ਨੀਂਦ ਜਿਹੜੀ ਹੁੰਦੀ ਹੈ ਉਹ ਅਸੀਂ 4 ਘੰਟੇ ਜਾਂ 5 ਘੰਟੇ ਲੈ ਲਈਏ ਤਾਂ ਉਹ ਵੀ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ। ਹਰੇਕ ਆਦਮੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨੀਂਦ ਦਾ ਨਾ ਆਉਣ ਦਾ ਪੂਰਾ ਅਸਰ ਸਰੀਰ 'ਤੇ ਪੈਂਦਾ ਹੈ, ਦਿਮਾਗ ਅਤੇ ਨਾੜੀ ਸਿਸਟਮ 'ਤੇ ਇਸਦਾ ਬੁਰਾ ਅਸਰ ਪੈਂਦਾ ਹੈ। ਜ਼ਿਆਦਾ ਨੀਂਦ ਤਾਂ ਕੋਈ ਵੀ ਨਹੀਂ ਲੈ ਸਕਦਾ, ਤਾਂ ਘੱਟ ਸੌਣ ਨਾਲ ਸਰੀਰ ਦੀ ਹਾਨੀ ਜ਼ਰੂਰ ਹੁੰਦੀ ਹੈ। ਠੀਕ ਹੈ ਜੀ। ਇਹ ਸੀ ਸਾਡਾ ਪਾਠ ਆਦਤਾਂ, ਅਤੇ ਇਸ ਨੂੰ ਤੁਸੀਂ ਪੜ੍ਹੋ ਆਪਣੀ ਬੁੱਕਸ 'ਚੋਂ ਧਿਆਨ ਨਾਲ ਅਤੇ ਸਮਝੋ। ਠੀਕ ਹੈ ਜੀ। ਅਤੇ ਅੱਗੇ ਆਪਾਂ ਕਰਦੇ ਹਾਂ ਇਸ ਦੇ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ ਜੀ, ਚਾਹ ਵਿੱਚ ਕਿਹੜਾ ਤੱਤ ਮੌਜੂਦ ਹੁੰਦਾ ਹੈ? ਇਸ ਦਾ ਉੱਤਰ ਹੈ ਚਾਹ ਵਿੱਚ ਥਾਇਨੀਨ ਨਾਮ ਦਾ ਤੱਤ ਮੌਜੂਦ ਹੁੰਦਾ ਹੈ। ਵਿਸ਼ਨੂੰ ਗੁਪਤ ਅਨੁਸਾਰ ਲੱਛਮੀ ਕਿਹੋ ਜਿਹੇ ਲੋਕਾਂ ਨੂੰ ਛੱਡ ਦਿੰਦੀ ਹੈ? ਵਿਸ਼ਨੂੰ ਗੁਪਤ ਅਨੁਸਾਰ ਲੱਛਮੀ ਉਹਨਾਂ ਵਿਅਕਤੀਆਂ ਨੂੰ ਛੱਡ ਦਿੰਦੀ ਹੈ ਜੋ ਕਿ ਆਪਣਾ ਸਰੀਰ ਗੰਦਾ ਰੱਖਦੇ ਹਨ। ਠੀਕ ਹੈ ਜੀ। ਸਮੇਂ ਸਿਰ ਸਵੇਰੇ ਜਾਗਦੇ ਨਹੀਂ ਅਤੇ ਸਮੇਂ ਸਿਰ ਖਾਂਦੇ ਨਹੀਂ, ਸਮੇਂ ਸਿਰ ਨਹਾਉਂਦੇ ਨਹੀਂ, ਆਪਣੇ ਦੰਦ ਸਾਫ਼ ਨਹੀਂ ਕਰਦੇ ਅਤੇ ਬੁਰੀਆਂ ਆਦਤਾਂ ਦੇ ਆਦੀ ਹੁੰਦੇ ਹਨ। ਅੰਮ੍ਰਿਤ ਵੇਲਾ ਕਿਸ ਨੂੰ ਕਹਿੰਦੇ ਹਨ? ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਵਿਗਿਆਨ ਦੇ ਅਧਿਆਪਕ ਨੇ ਨੀਂਦ ਬਾਰੇ ਕੀ ਸਿੱਟਾ ਕੱਢਿਆ? ਵਿਗਿਆਨ ਦੇ ਅਧਿਆਪਕ ਨੇ ਸਿੱਟਾ ਕੱਢਿਆ ਕਿ ਜਿਹੜੇ ਰਾਤ ਦੇ 12 ਵਜੇ ਤੋਂ ਪਹਿਲਾਂ ਦੀ ਨੀਂਦ ਹੈ ਉਹ ਸਵੇਰ ਦੇ ਰਾਤ ਦੇ 12 ਵਜੇ ਤੋਂ ਬਾਅਦ ਦੇ ਨੀਂਦ ਦੇ ਨਾਲ ਸਾਨੂੰ ਜ਼ਿਆਦਾ ਆਰਾਮ ਦਿੰਦੀ ਹੈ। ਨੈਪੋਲੀਅਨ ਬੋਨਾਪਾਰਟ ਆਪਣੀ ਨੀਂਦ ਕਿਵੇਂ ਪੂਰੀ ਕਰ ਲੈਂਦਾ ਸੀ? ਨੈਪੋਲੀਅਨ ਬੋਨਾਪਾਰਟ ਆਪਣੀ ਨੀਂਦ ਘੋੜਸਵਾਰੀ ਕਰਦੇ ਹੋਏ ਪੂਰੀ ਕਰ ਲੈਂਦਾ ਸੀ। ਯੋਗਾ ਦੇ ਕਿਹੜੇ ਆਸਣ ਨਾਲ ਨੀਂਦ ਸਹਿਜ ਹੀ ਆ ਜਾਂਦੀ ਹੈ? ਯੋਗਾ ਦੇ ਸਭ ਆਸਣ ਕਰਨ ਨਾਲ ਸਾਨੂੰ ਨੀਂਦ ਸਹਿਜੇ ਹੀ ਆ ਜਾਂਦੀ ਹੈ। ਗੂੜੀ ਨੀਂਦ ਸੌਣ ਨਾਲ ਕੀ ਹੁੰਦਾ ਹੈ? ਗੂੜੀ ਨੀਂਦ ਸੌਣ ਨਾਲ ਕੀ ਹੈ, ਸਾਡੇ ਸਰੀਰ ਦੀ ਪਾਚਨ ਸ਼ਕਤੀ ਸੁਧਾਰ ਆਉਂਦਾ ਹੈ। ਠੀਕ ਹੈ ਜੀ। ਅਤੇ ਇਸ ਦੇ ਜਿਹੜੇ ਤੰਤੂ ਹਨ ਉਹ ਸੁਧਰ ਜਾਂਦੇ ਹਨ, ਅਤੇ ਜਿਹੜੇ ਆਪਣੇ ਅੰਦਰ ਮਰੇ ਹੋਏ ਸੈੱਲ ਹਨ ਉਹ ਮਲ ਮੂਤਰ ਰਾਹੀਂ ਬਾਹਰ ਨਿਕਲ ਜਾਂਦੇ ਹਨ ਅਤੇ ਨਵੇਂ ਸੈੱਲਾਂ ਦੀ ਅੱਗੇ ਬਣਤਰ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ। ਸੈਰ ਕਰਨ ਦੇ ਕੀ ਲਾਭ ਹਨ? ਸੈਰ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਚੁਸਤ ਰਹਿੰਦਾ ਹੈ, ਅਤੇ ਸਵੇਰੇ ਸੈਰ ਕਰਨ ਨਾਲ ਸਾਨੂੰ ਬਹੁਤ ਜ਼ਿਆਦਾ ਆਕਸੀਜਨ ਮਿਲਦੀ ਹੈ ਅਤੇ ਜਿਹੜਾ ਸਾਰਾ ਦਿਨ ਸਾਡਾ ਸਰੀਰ ਹੈ ਫਿਰ ਊਰਜਾ ਭਰਪੂਰ ਬਣਿਆ ਰਹਿੰਦਾ ਹੈ। ਹਾਂਜੀ, ਇਹ ਸੀ ਆਪਣਾ ਪਾਠ ਆਦਤਾਂ। ਠੀਕ ਹੈ ਜੀ। ਇਸ ਨੂੰ ਪੜ੍ਹੋ, ਸਮਝੋ ਅਤੇ ਆਪਣੀਆਂ ਨੋਟਬੁੱਕਸ ਵਿੱਚ ਲਿਖੋ। ਥੈਂਕ ਯੂ।